खेतरपाल सरकार दा, जप ले तू नाम खेतरपाल सरकार दा, लग जा तू लड़ बाबा जग। जय माँ कालका, जय बाबा खेतरपाल जी। मैं अतुल देवगन, श्री माँ कालका बाबा खेतरपाल जी सेवा समिति दिल्ली तो ਤੇ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਬਾਬਾ ਜੀ ਦੇ ਕੜਾਈ ਪੁਜਾਰੀ ਤੇ ਬੱਕਰੇ ਦੇ ਬਾਰੇ। ਵੇਖੋ ਬੜੇ ਸਾਰੇ ਜਿਹੜੇ ਲੋਕ ਹਨ ਉਹ ਸਵਾਲ ਕਰਦੇ ਨੇ, ਬੜੇ ਸਾਰੇ ਲੋਕ ਸਵਾਲ ਕਰਦੇ ਨੇ ਔਰ ਫੋਨ ਤੇ ਹਰ ਇੱਕ ਨੂੰ ਵੈਸੇ ਤੇ ਐਕਸਪਲੇਨ ਵੀ ਕਰਦੇ ਆ, ਲੇਕਿਨ ਮੇਰੇ ਕੁਝ ਭੈਣਾਂ ਨੇ ਕਮੈਂਟ ਵੀ ਕੀਤਾ ਸਾਡੇ YouTube ਚੈਨਲ ਤੇ ਕਿ ਜਿਹੜੇ ਬਾਬਾ ਜੀ ਦਾ ਜਿਹੜਾ ਬੱਕਰਾ ਹੈ ਉਹ ਕਦੋਂ ਦਈਦਾ ਹੈ ਤੇ ਉਹ ਕਿਸ ਤਰ੍ਹਾਂ ਦਈਦਾ, ਉਹ ਕੜਾਈ ਪੁਜਾਰੀ ਜਿਹੜੀ ਉਹ ਕਿਸ ਤਰ੍ਹਾਂ ਕਰੀਦੀ ਹੈ। ਜਿਸ ਤਰ੍ਹਾਂ ਜਿਹੜਾ ਜਦੋਂ ਇਹਨਾਂ ਦੇ ਘਰ ਜਿਸ ਤਰ੍ਹਾਂ ਤੁਹਾਡੇ ਘਰ ਕੋਈ ਬੱਚਾ ਹੁੰਦਾ ਹੈ ਜਾਂ ਵਿਆਹ ਸ਼ਾਦੀ ਹੁੰਦੀ ਹੈ, ਜੇ ਬੱਚਾ ਹੁੰਦਾ ਤੇ ਉਹਦਾ ਮੁੰਡਨ ਕਿੱਥੇ ਕਰਾਈਦਾ, ਕਿਸ ਤਰ੍ਹਾਂ ਕਰਾਈਦਾ। ਮਤਲਬ ਕਈ ਇਹੋ ਜਿਹੇ ਜਿਹੜੇ ਕੋਮਨ ਸਵਾਲ ਨੇ, ਕਈ ਇਹੋ ਜਿਹੇ ਜਿਹੜੇ ਆਮ ਸਵਾਲ ਨੇ ਜਿਹੜੇ ਜਿਨ੍ਹਾਂ ਦੇ ਬਾਰੇ ਥੋੜਾ ਜਿਹਾ ਨਾ ਉੱਤਰ ਲੱਭਣਾ ਮੁਸ਼ਕਲ ਹੋ ਜਾਂਦਾ, ਜਾਂ ਫਿਰ ਆਪਾਂ ਕੀ ਕੋਈ ਗਲਤ ਤਰੀਕੇ ਨਾਲ ਕਰ ਦਿੰਦੇ ਆ, ਜਾਂ ਫਿਰ ਜਿੱਥੇ ਜਿਹੜੀ ਸਾਡੀ ਕੜਾਈ ਪੁਜਾਰੀ ਜਾਂ ਜਿਹੜਾ ਬਾਬਾ ਜੀ ਦਾ ਘੋੜਾ ਜਿਹੜਾ ਉਹ ਸਵੀਕਾਰ ਨਹੀਂ ਹੁੰਦਾ। ਤੇ ਵੇਖੋ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂ। ਜਿਹੜਾ ਪਹਿਲੀ ਗੱਲ ਤੇ ਹੈ ਕਿ ਬੱਕਰਾ ਜਿਹੜਾ ਬਾਬਾ ਜੀ ਦਾ, ਜਿਹੜਾ ਜਿਹਨੂੰ ਆਪਾਂ ਘੋੜਾ ਕਹਿੰਦੇ ਆ ਬਾਬਾ ਜੀ ਦਾ, ਜਿਹੜਾ ਉਹ ਆਪਾਂ ਕਦੋਂ ਦੇਣਾ ਹੈ ਤੇ ਕਿਸ ਤਰ੍ਹਾਂ ਦੇਣਾ ਹੁੰਦਾ ਹੈ ਤੇ ਉਹ ਕਿਸ ਵੇਲੇ ਦੇਈਦਾ ਹੈ। ਵੇਖੋ ਪਹਿਲੀ ਗੱਲ ਤੇ ਹੈ ਕਿ ਜਿਹੜਾ ਬਾਬਾ ਜੀ ਦਾ ਜਿਹੜਾ ਘੋੜਾ ਹੈ ਜਿਸ ਤਰ੍ਹਾਂ ਉਹ ਉਦੋਂ ਦਿੰਦੇ ਆ ਜਿਸ ਤਰ੍ਹਾਂ ਜਦੋਂ ਤੁਹਾਡੇ ਘਰ ਜਿਸ ਤਰ੍ਹਾਂ ਪਲੇਠੀ ਦਾ ਬੱਚਾ ਜਿਹੜਾ ਪੈਦਾ ਹੁੰਦਾ ਹੈ। ਉਹ ਪਲੇਠੀ ਦਾ ਬੱਚਾ ਮਤਲਬ ਜਿਹੜਾ ਤੁਹਾਡਾ ਪਹਿਲਾ ਜਿਹੜਾ ਬੱਚਾ ਹੁੰਦਾ, ਪਲੇਠੀ ਦਾ ਜਿਹੜਾ ਬੱਚਾ ਪੈਦਾ ਹੁੰਦਾ ਹੈ, ਇੱਕ ਤੇ ਉਦੋਂ ਦੇਈਦਾ ਹੈ ਜਦੋਂ, ਜਾਂ ਫਿਰ ਸੈਕਿੰਡ ਟਾਈਮ ਜਿਹੜਾ ਤੁਹਾਡਾ ਇਹ ਹੁੰਦਾ ਜਿਹੜਾ ਪਲੇਠੀ ਦੇ ਬੱਚੇ ਦਾ ਜਦੋਂ ਵਿਆਹ ਹੁੰਦਾ ਹੈ। ਹੁਣ ਉਦਾਹਰਨ ਵਾਸਤੇ ਤੁਹਾਨੂੰ ਮੈਂ ਦੱਸਾਂ, ਜਿਸ ਤਰ੍ਹਾਂ ਉਦਾਹਰਨ ਵਾਸਤੇ ਜਿਸ ਤਰ੍ਹਾਂ ਮੰਨ ਲਓ ਮੈਂ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਪਲੇਠੀ ਦਾ ਬੱਚਾ ਹੈ। ਹੁਣ ਜਿਸ ਤਰ੍ਹਾਂ ਮੰਨ ਲਓ ਮੈਂ ਪੈਦਾ ਹੋਇਆ ਤੇ ਮੇਰੇ ਮਾਤਾ ਪਿਤਾ ਨੇ ਹੁਣ ਕਰਨਾ ਸੀ ਬਾਬਾ ਜੀ ਦਾ ਜਿਹੜਾ ਘੋੜਾ ਜਦੋਂ ਉਹ ਪੈਦਾ ਹੋਇਆ ਹੁੰਦਾ ਬੱਚਾ, ਠੀਕ ਹੈ। ਜਾਂ ਫਿਰ ਜਦੋਂ ਮੇਰੀ ਸ਼ਾਦੀ ਹੁੰਦੀ ਹੈ ਉਦੋਂ ਹੁੰਦਾ ਹੈ, ਤੇ ਜਾਂ ਫਿਰ ਜਦੋਂ ਮੇਰਾ ਅੱਗੇ ਜਿਹੜਾ ਬੱਚਾ ਹੁੰਦਾ ਹੈ, ਜਿਸ ਤਰ੍ਹਾਂ ਅੱਗੇ ਤੋਂ ਉਹ ਮਤਲਬ ਜਿਹੜੀ ਜ਼ਿੰਮੇਵਾਰੀ ਹੈ ਨਾ ਮਾਤਾ ਪਿਤਾ ਦਾ, ਜਦੋਂ ਮੇਰਾ ਵਿਆਹ ਹੋ ਗਿਆ ਤੇ ਉਦੋਂ ਮਤਲਬ ਇਹ ਹੋ ਗਿਆ ਕਿ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਮੇਰੇ ਸਿਰ ਤੇ ਆ ਗਈ। ਸਮਝੋ ਗੱਲ ਨੂੰ, ਉਹ ਮੇਰੇ ਸਿਰ ਤੇ ਆ ਗਈ। ਜੇ ਜਿਸ ਤਰ੍ਹਾਂ ਹੁਣ ਉਹ ਜਦੋਂ ਮੇਰੇ ਸਿਰ ਤੇ ਆ ਗਈ ਤੇ ਹੁਣ ਜਿਹੜੇ ਅੱਗੇ ਮੇਰੇ ਬੱਚੇ ਹੁੰਦੇ ਆ ਤੇ ਜਿਹੜਾ ਫਿਰ ਉਹ ਅੱਗੇ ਮੇਰਾ ਪਲੇਠੀ ਦਾ ਬੱਚਾ ਹੈ ਉਹਦਾ ਮੈਂ ਬੱਕਰਾ ਦੇਣਾ ਹੈ, ਤੇ ਜਦੋਂ ਉਹਦਾ ਜੇ ਮੈਂ ਵਿਆਹ ਕਰਦਾ ਜਦੋਂ ਪਲੇਠੀ ਦੇ ਬੱਚੇ ਦਾ ਉਹਦਾ ਬੱਕਰਾ ਦੇਣਾ ਹੈ। ਮਤਲਬ ਇਹ ਤੇ ਉਹ ਵਾ ਜਿਹੜਾ ਕੰਪਲਸਰੀ ਹੈ, ਜਿਹੜੀ ਚੀਜ਼ ਜਿਹੜੀ ਤੁਸੀਂ ਕਰਨੀ ਹੈ, ਜਿਹੜੀ ਦੇਵਤਾ ਮੰਗਦੇ ਹੀ ਮੰਗਦੇ ਨੇ। ਹੁਣ ਦੂਜੀ ਗੱਲ ਆ ਜਾਂਦੀ ਹੈ ਕਿ ਬੜੇ ਸਾਰੇ ਲੋਕਾਂ ਨੂੰ ਇਹ ਵਹਿਮ ਰਹਿੰਦਾ ਕਿ ਬਾਬਾ ਜੀ ਦਾ ਘੋੜਾ ਦੇਤਾ ਮਨਜ਼ੂਰ ਨਹੀਂ ਹੋਇਆ। ਬੜੇ ਸਾਰੇ ਲੋਕ ਕਹਿ ਦਿੰਦੇ ਆ ਕਿ ਆਪਾਂ ਨੇ ਫਲਾਨੀ ਜਗ੍ਹਾ ਤੇ ਬਾਬਾ ਜੀ ਦਾ ਘੋੜਾ ਵੀ ਦੇਤਾ, ਉਹ ਮਨਜ਼ੂਰ ਨਹੀਂ ਹੋਇਆ। ਪਹਿਲੀ ਗੱਲ ਤੇ ਇਹ ਸੁਣ ਲਓ, ਜਿਹੜਾ ਬਾਬਾ ਜੀ ਦਾ ਘੋੜਾ ਜਿਹੜਾ ਦਈਦਾ ਨਾ ਉਹ ਵਾਲੀ ਜਲਦੀ ਉਹ ਜਗ੍ਹਾ ਤੇ ਦਈਦਾ ਹੈ ਜਿੱਥੇ ਪ੍ਰਾਣ ਪ੍ਰਤਿਸ਼ਠਾ ਨਾਲ ਬਾਬਾ ਜੀ ਦੀ ਪੂਜਾ ਹੋਈ ਹੋਵੇ, ਜਿੱਥੇ ਬਾਬਾ ਜੀ ਦੀ ਮੂਰਤੀ ਹੋਵੇ ਜਾਂ ਬਾਬਾ ਜੀ ਦਾ ਦਰਬਾਰ ਹੋਵੇ, ਜਾਂ ਉਸ ਜਗ੍ਹਾ ਤੇ, ਜਾਂ ਫਿਰ ਬਾਬਾ ਜੀ ਦੇ ਜੰਡ ਦੇ ਪੇੜ ਤੇ ਉੱਥੇ ਉਹ ਵਾਲੀ ਜਗ੍ਹਾ ਤੇ ਜਿੱਥੇ ਬਾਬਾ ਜੀ ਦੀ ਪੂਜਾ ਹੁੰਦੀ ਹੈ, ਜਿੱਥੇ ਬਾਬਾ ਜੀ ਦੀ ਪੂਜਾ ਹੁੰਦੀ ਹੈ। ਕਿਉਂਕਿ ਮਤਲਬ ਲੋਕ ਹੁਣ ਕੀ ਕਰਦੇ ਆ, ਕਈ ਕਦਾਰ ਕਿਸੇ ਮੰਨ ਲਓ ਕਿਸੇ ਸਾਧ ਨੂੰ ਦੇ ਆਏ ਜਾਂ ਕਿਸੇ ਨੂੰ ਐਵੇਂ ਦੇ ਆਏ। ਹੁਣ ਮੰਨ ਲਓ ਉੱਥੇ ਉਹਨੇ ਤੇ ਕਿਹਾ ਤਾਂ ਕਿ ਲਿਆ ਜੀ ਬਾਬੇ ਦਾ ਘੋੜਾ ਮੈਨੂੰ ਦੇ ਜਾ, ਉਹ ਆਪਾਂ ਤੇਰਾ ਮਨਜ਼ੂਰ ਹੋ ਗਿਆ, ਉਹਨੇ ਤਾਂ ਮੂੰਹ ਕਹਿਤਾ। ਹੁਣ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਤੁਹਾਡਾ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ? ਇਸੇ ਕਰਕੇ ਜਿਹੜੀ ਐਕਚੁਅਲ ਚੀਜ਼ ਆ ਨਾ, ਜਿਹੜੀ ਇਹੋ ਹੀ ਆ ਕਿ ਕਿਉਂਕਿ ਉਹ ਆਪਾਂ ਕਿਸੇ ਹੋਰ ਨੂੰ ਕਿਸੇ ਨੂੰ ਜਾਂ ਤੇ ਆਪਾਂ ਉਹਦੇ ਨਾਮ ਦੇ ਬਾਬਾ ਜੀ ਦੇ ਨਾਂ ਦੇ ਬੱਕਰੇ ਦੇ ਨਾਂ ਦੇ ਜਿਹੜਾ ਆ ਨਾ ਉਹ ਆਪਾਂ ਪੈਸੇ ਦੇ ਦਿੰਦੇ ਆ ਕਿਸੇ ਨੂੰ ਕਿ ਬਈ ਆ ਪੈਸੇ ਦੇ। ਤੇ ਹੁਣ ਕਈ ਬੜੀ ਜਗ੍ਹਾ ਮੈਨੂੰ ਸੁਣਨ ਚ ਮਿਲਦਾ, ਮੈਂ ਤੇ ਇਸੇ ਕਰਕੇ ਕਈ ਵੀਡੀਓ ਦੇ ਵਿੱਚ ਕਹਿਣਾ ਵਾ ਕਿ ਬਈ ਲੋਕ ਕੀ ਕਰਦੇ ਆ, ਉਹ ਤੁਹਾਨੂੰ ਆ ਕਹਿੰਦੇ ਕਿ ਮੈਨੂੰ ਦੇ ਜਾ ਘੋੜਾ, ਕੋਈ ਗੱਲ ਨਹੀਂ ਤੇਰਾ ਮਨਜ਼ੂਰ ਹੋ ਗਿਆ, ਉਹ ਜਾਂ ਫਿਰ ਮੈਨੂੰ ਪੈਸੇ ਦੇ ਜਾ, ਕੋਈ ਗੱਲ ਨਹੀਂ ਮੈਂ ਚੜਾ ਦਾਂਗਾ ਬਾਬਾ ਜੀ ਦਾ ਤੇਰੇ ਨਾਂ ਤੇ ਤੇਰਾ ਮਨਜ਼ੂਰ ਹੋ ਗਿਆ। ਉਹ ਇਸ ਤਰ੍ਹਾਂ ਕਦੀ ਵੀ ਨਹੀਂ ਚੜਦਾ। ਜਿਹੜੀ ਚੀਜ਼ ਆ ਨਾ ਵੇਖੋ ਇਹਦੀ ਇੱਕ ਵਿਧੀ ਵੀ ਆ ਪ੍ਰੋਪਰਲੀ। ਹੁਣ ਤੁਹਾਨੂੰ ਮੈਂ ਵਿਧੀ ਤੇ ਵੀ ਦੱਸਦਾ ਕਿ ਉਹ ਕਿਸ ਤਰ੍ਹਾਂ ਕਰੀਦਾ ਹੈ। ਪਹਿਲਾਂ ਗੱਲ ਕਰਦੇ ਆ ਕਿ ਜਗ੍ਹਾ ਕਿਹੜੀ ਤੇ ਜਿੱਥੇ ਦਈਦਾ ਬਾਬਾ ਜੀ ਦਾ, ਜਿਹੜਾ ਬਾਬਾ ਜੀ ਦਾ ਜਿਹੜਾ ਘੋੜਾ ਹੈ ਨਾ, ਜਾਂ ਤੇ ਦਰਬਾਰ ਤੇ ਦਈਦਾ ਜਿੱਥੇ ਬਾਬਾ ਜੀ ਦੀ ਪੂਜਾ ਹੁੰਦੀ ਹੋਵੇ, ਜਿੱਥੇ ਬਾਬਾ ਜੀ ਦੀ ਮੂਰਤੀ ਹੋਵੇ, ਮਾਤਾ ਜੀ ਦੀ ਮੂਰਤੀ ਹੋਵੇ, ਜਿੱਥੇ ਪ੍ਰਾਣ ਪ੍ਰਤਿਸ਼ਠਾ ਨਾਲ ਉਹਦੀ ਪੂਜਾ ਹੋਈ ਹੋਵੇ ਜਿਹੜੀ ਮੂਰਤੀ ਦੀ, ਜਿੱਥੇ ਚੰਗੀ ਤਰ੍ਹਾਂ ਜਿਹਦੀ ਪੂਜਾ ਹੁੰਦੀ ਹੋਵੇ। ਕਹਿਣ ਦਾ ਮਤਲਬ ਹੈ ਜਿੱਥੇ ਲਗਾਤਾਰ ਰੈਗੂਲਰ ਬੇਸਿਸ ਤੇ ਜਿਹਨੂੰ ਜਾਗਰਤ, ਜਿਹਨੂੰ ਦੇਵ ਮੰਨ ਕੇ ਜਿਹੜੇ ਉੱਥੇ ਜਿਹੜਾ ਵੀ ਉੱਥੇ ਪੁਜਾਰੀ ਬੈਠਾ ਹੈ ਜਾਂ ਕੋਈ ਵੀ ਉੱਥੇ ਸਾਧੂ ਬੈਠਾ ਹੈ ਜਾਂ ਜੋ ਵੀ ਉੱਥੇ ਕੋਈ ਵੀ ਭਾਵੇਂ ਕੋਈ ਦੇਵੀ ਬੈਠੀ ਹੈ ਉੱਥੇ, ਜਾਂ ਕੋਈ ਵੀ ਜਿਹੜੇ ਵੀ ਬਾਬਾ ਜੀ ਨੇ ਜਿਨ੍ਹਾਂ ਨੂੰ ਆਰਡਰ ਕੀਤਾ, ਜਿਨ੍ਹਾਂ ਨੂੰ ਹੁਕਮ ਦਿੱਤਾ ਉਹ ਗੱਦੀ ਚਲਾਉਣ ਦਾ ਜਾਂ ਬਹਿਣ ਦਾ, ਜਿਨ੍ਹਾਂ ਨੇ ਵੀ ਮਤਲਬ ਕਹਿਣ ਦਾ ਮਤਲਬ ਹੈ ਕਿ ਜਿੱਥੇ ਲਗਾਤਾਰ ਪੂਜਾ ਹੁੰਦੀ ਹੈ ਉਹਨਾਂ ਦੀ, ਉੱਥੇ ਜਾਂ ਤੇ ਉਸ ਦਰਬਾਰ ਤੇ ਜਾਂ ਫਿਰ ਜਿੱਥੇ ਬਾਬਾ ਜੀ ਦੇ ਉਹ ਜੰਡ ਦੇ ਪੇੜ ਤੇ ਜਿੱਥੇ ਬਾਬਾ ਜੀ ਦੀ ਪੂਜਾ ਹੁੰਦੀ ਹੈ ਉੱਥੇ ਦੇਈਦਾ ਹੈ। ਮਤਲਬ ਜਿੱਥੇ ਲਗਾਤਾਰ ਛਮਾਈ ਕੜਾਈਆਂ ਹੁੰਦੀਆਂ ਵਾ, ਜਿੱਥੇ ਅੱਗੋਂ ਪਿੱਛੋਂ ਵੀ ਲੋਕ ਐਤਵਾਰ ਜਾ ਕੇ ਜਿੱਥੇ ਚਿਰਾਗ ਜਗਾਉਂਦੇ ਆ। ਇਹ ਨਹੀਂ ਕਿ ਮਤਲਬ ਕਿਤੇ ਅੱਗੋਂ ਪਿੱਛੋਂ ਤੇ ਜਿੱਥੇ ਮੰਨ ਲਓ ਕੋਈ ਲੋਕ ਅੱਗੇ ਪਿੱਛੇ ਕਿਤੇ ਜਾਂਦੇ ਨਹੀਂ, ਹੋਲੀ ਦੀਵਾਲੀ ਤੇ ਬਸ ਬਾਬੇ ਨੂੰ ਸ਼ਕਲ ਵਿਖਾਉਂਦੇ ਜਾ ਕੇ, ਉੱਥੇ ਜਾ ਕੇ ਤੁਸੀਂ ਹੁਣ ਬੱਕਰੇ ਨੂੰ ਮੱਥਾ ਟਿਕਾ ਕੇ ਤੇ ਛੱਡਤਾ,
ਤੇ ਉਹ ਗਲਤ ਹੋ ਜਾਂਦਾ ਕੰਮ। ਉਸ ਤਰ੍ਹਾਂ ਘੋੜਾ ਮਨਜ਼ੂਰ ਹੀ ਨਹੀਂ ਹੁੰਦਾ। ਇਸੇ ਕਰਕੇ ਜਿਹੜੀ ਜਗ੍ਹਾ ਹੈ ਨਾ, ਪਹਿਲੀ ਗੱਲ ਤੇ ਜਗ੍ਹਾ ਕਿਹੜੀ ਉਹ ਤੁਹਾਨੂੰ ਮੈਂ ਦੱਸਤੀ। ਦੂਜੀ ਗੱਲ ਕਿ ਹੁਣ ਬਾਬਾ ਜੀ ਦਾ ਜਦੋਂ ਬੱਕਰਾ ਕਰਨਾ ਹੈ ਉਹ ਕੱਲਾ ਬਾਬਾ ਜੀ ਦਾ ਹੀ ਕਰ ਦਿੰਦੇ ਲੋਕ। ਕਦੀ ਵੀ ਜਿਹੜਾ ਬੱਕਰਾ ਹੁੰਦਾ ਨਾ ਉਹ ਜੋੜੇ 'ਚ ਹੁੰਦਾ ਹੈ, ਕੱਲਾ ਨਹੀਂ ਹੁੰਦਾ। ਜਦੋਂ ਵੀ ਬੱਕਰਾ ਹੁੰਦਾ ਹੈ ਉਹ ਬਾਬਾ ਜੀ ਦਾ ਜਦੋਂ ਘੋੜਾ ਦਿੰਦੇ ਜੇ ਨਾ ਉਹ ਜੋੜੇ 'ਚ ਹੁੰਦਾ। ਉਹ ਇਸ ਤਰ੍ਹਾਂ ਜੋੜੇ 'ਚ ਹੁੰਦਾ ਹੈ, ਇੱਕ ਮਾਤਾ ਜੀ ਦਾ ਦਿੱਤਾ ਜਾਂਦਾ ਹੈ ਤੇ ਜਿਹੜਾ ਫਿਰ ਦੂਜਾ ਜਿਹੜਾ ਹੈ ਫਿਰ ਬਾਬਾ ਜੀ ਦਾ ਦਿੱਤਾ ਜਾਂਦਾ ਹੈ। ਹੁਣ ਜਿਹੜਾ ਮਾਤਾ ਜੀ ਦਾ ਦਿੱਤਾ ਜਾਂਦਾ ਨਾ ਉਹ ਇਸ ਤਰ੍ਹਾਂ ਹੁੰਦਾ ਵਾ, ਜਿਹੜਾ ਬਾਬਾ ਜੀ ਦੀ ਜਦੋਂ ਵੀ ਤੁਸੀਂ ਦੇਣਾ ਵਾ ਨਾ ਉਹ ਤੁਹਾਨੂੰ ਪਤਾ ਵਾ, ਉਹ ਜਦੋਂ ਵੀ ਤੁਸੀਂ ਦਿਨ ਵਾਰ ਜਦੋਂ ਕੜਾਈ ਤੇ ਦਿੰਦੇ ਆ ਜਾਂ ਤੇ ਜਿਸ ਤਰ੍ਹਾਂ ਤੁਹਾਡਾ ਹੋਲੀ ਦੀਵਾਲੀ ਜਿਹੜੀ ਚੌਦਸ ਤੇ ਦਿੰਦੇ ਆ, ਜੇ ਮੰਨ ਲਓ ਉਸ ਤਰ੍ਹਾਂ ਨਹੀਂ ਹੈ, ਜੇ ਤੁਸੀਂ ਪਹਿਲਾਂ ਵੀ ਕਰਨਾ ਚਾਹੁੰਦੇ ਜਿਸ ਤਰ੍ਹਾਂ ਤੁਹਾਡਾ ਪਹਿਲਾਂ ਵੀ ਜਿਹੜਾ ਟਾਈਮ ਲੱਗਦਾ, ਜਿਹੜਾ ਵੀ ਤੁਸੀਂ ਦਿਨ ਵੇਖਿਆ ਹੁੰਦਾ ਵਾ, ਐਤਵਾਰ ਦਾ ਦਿਨ ਹੁੰਦਾ ਵਾ ਜਾਂ ਜਿਸ ਤਰ੍ਹਾਂ ਵੀ ਕੋਈ ਵੀ ਤੁਸੀਂ ਇਹ ਚੌਦਸ ਵੇਖਦੇ, ਮਹੀਨੇ ਦੇ ਵਿੱਚ ਚੌਦਸ ਵੀ ਆਉਂਦੀ ਹੈ ਉਦੋਂ ਦੇਣਾ ਹੈ। ਉਹਦੇ ਤੋਂ ਪਹਿਲਾਂ ਜਿਹੜਾ ਸ਼ਨੀਵਾਰ ਆਉਂਦਾ ਨਾ ਉਸ ਦਿਨ ਮਾਤਾ ਜੀ ਦਾ ਬੱਕਰਾ ਦਿੱਤਾ ਜਾਂਦਾ ਹੈ। ਪਹਿਲਾਂ ਮਾਤਾ ਕਾਲੀ ਨੂੰ ਦੇਣਾ ਪਏਗਾ ਤੁਹਾਨੂੰ। ਬਿਨਾਂ ਜੇ ਮਾਤਾ ਜੀ ਨੂੰ ਨਹੀਂ ਦੋਗੇ, ਮੈਂ ਤੁਹਾਨੂੰ ਪਹਿਲਾਂ ਵੀ ਆਹ ਵਾਲੀ ਗੱਲ ਸਮਝਾਈ ਆ, ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਇਸ ਚੀਜ਼ ਦੇ ਬਾਰੇ, ਲੇਕਿਨ ਮੈਂ ਫੇਰ ਆਹ ਵਾਲੀ ਚੀਜ਼ ਨੂੰ ਅੱਜ ਐਕਸਪਲੇਨ ਕਰ ਦਿੰਦਾ ਵਾਂ। ਵੇਖੋ, ਮਾਤਾ ਜੀ ਤੋਂ ਬਿਨਾਂ ਬਾਬਾ ਜੀ ਨਹੀਂ ਚੱਲਦੇ ਕਦੀ ਵੀ। ਮਾਂ ਤੋਂ ਬਿਨਾਂ ਪੁੱਤ ਅੱਗੇ ਚੱਲਦਾ ਹੀ ਨਹੀਂ, ਮਾਤਾ ਤੋਂ ਅੱਗੇ ਹੋ ਕੇ ਪੁੱਤ ਚੱਲਦਾ ਹੀ ਨਹੀਂ, ਕਦੀ ਵੀ ਨਹੀਂ ਚੱਲੇਗਾ। ਇਸੇ ਕਰਕੇ ਜਿਹੜੇ ਲੋਕ ਹੈ ਨਾ, ਪੰਜਾਬ 'ਚ ਕਾਫੀ ਲੋਕਾਂ ਨੂੰ ਪਤਾ ਹੈ, ਬਹੁਤ ਸਾਰੇ ਲੋਕ ਮਾਤਾ ਨੂੰ ਮਾਂ ਮਦਾਨਨ ਕਹਿ ਕੇ ਵੀ ਮੰਨਦੇ ਆ, ਮਾਂ ਮਸਾਣੀ ਕਹਿ ਕੇ ਵੀ ਮੰਨਦੇ ਆ। ਹੈ ਕਾਲੀ ਦੇ ਰੂਪ ਹੀ ਹੈ, ਕਾਲੀ ਦੇ ਹੀ ਰੂਪ ਹੈ, ਬਸ ਉਹ ਅਲੱਗ-ਅਲੱਗ ਬਸ ਥੋੜਾ ਜਿਹਾ ਜਿਸ ਤਰ੍ਹਾਂ ਹੁੰਦਾ ਨਾ, ਇੱਕ ਜਿਸ ਤਰ੍ਹਾਂ ਆਪਣਾ ਆਪਣਾ ਮੈਂ ਤੁਹਾਨੂੰ ਆਮ ਲੋਕਾਂ ਦੇ ਉਦਾਹਰਨ ਦੇਵਾਂ, ਜਿਸ ਤਰ੍ਹਾਂ ਆਪਣੇ ਲੋਕਾਂ ਦੇ ਤਰ੍ਹਾਂ ਮੂਡ ਹੁੰਦੇ ਆ ਨਾ ਅਲੱਗ-ਅਲੱਗ, ਕਿ ਕੋਈ ਗੁੱਸੇ ਦਾ, ਕੋਈ ਪ੍ਰਚੰਡ, ਕੋਈ ਪਿਆਰ ਵਾਲਾ, ਕੋਈ ਦਇਆ ਕਰੁਣਾ ਵਾਲਾ, ਕੋਈ ਕਿਰਪਾ ਵਾਲਾ, ਕਿ ਭਈ ਸਾਡੇ ਕੋਲ ਆ ਵਾ ਤੇ ਆਪਾਂ ਇਹ ਵੀ ਲੋਕਾਂ ਨੂੰ ਵੰਡ ਦਈਏ ਜਾਂ ਇਹ ਵੀ ਦੇ ਦਈਏ ਲੋਕਾਂ ਨੂੰ। ਜਿਸ ਤਰ੍ਹਾਂ ਮਤਲਬ ਇਹ ਲੋਕਾਂ ਦੀ ਤਰ੍ਹਾਂ ਅਲੱਗ-ਅਲੱਗ ਮੂਡ ਹੁੰਦੇ, ਜੇ ਉਹਨਾਂ ਕੋਲ ਪੈਸੇ ਨਾ ਕਿਸੇ ਦੀ ਮਦਦ ਕਰ ਪਾਉਂਦੇ ਤੇ ਕਦੀ ਕਦਾਰ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਆਉਂਦਾ ਕਿ ਠੀਕ ਆ, ਪਰਮਾਤਮਾ ਨੇ ਸਾਨੂੰ ਦਿੱਤਾ ਤੇ ਆਪਾਂ ਇਹ ਵੀ ਦੇ ਦਈਏ, ਲੋਕਾਂ ਦੀ ਮਦਦ ਕਰੀਏ। ਇਹ ਜਿਹੜਾ ਵਾ ਇਹ ਦਇਆ ਰਹਿਮ ਵਾਲਾ, ਜਿਹੜਾ ਇਹ ਦਇਆ ਕਰੁਣਾ ਵਾਲਾ, ਇਹ ਜਿਸ ਤਰ੍ਹਾਂ ਆਪਣੇ ਮੂਡ ਹੁੰਦੇ ਆ ਨਾ, ਇਸ ਤਰ੍ਹਾਂ ਹੀ ਮਾਤਾ ਕਾਲੀ ਦੇ ਵੀ ਨਾ ਜਿਹੜੇ ਇਹ ਅਲੱਗ-ਅਲੱਗ ਅਵਤਾਰ ਹੋਏ ਨੇ। ਉਹ ਕਿਸੇ ਟਾਈਮ ਤੇ ਬਹੁਤ ਜ਼ਿਆਦਾ ਮਾਤਾ ਜਿਹੜੀ ਪ੍ਰਚੰਡ ਜਦੋਂ ਚੰਡੀ ਰੂਪ ਬਿਲਕੁਲ ਲੈ ਲੈਂਦੇ, ਉਹ ਅਲੱਗ ਤਰੀਕੇ ਨਾਲ ਕੰਮ ਕਰਦੇ, ਉਹ ਵੀ ਇੱਕ ਅਲੱਗ ਅਵਤਾਰ ਹੈ ਮਾਤਾ ਜੀ ਦਾ। ਹੈ ਅੰਨਪੂਰਨਾ ਕਾਲਿਕਾ ਹੈ ਜਿਹੜਾ ਅਵਤਾਰ ਉਹਨਾਂ ਦਾ, ਉਹ ਇਸ ਤਰੀਕੇ ਨਾਲ ਵਾ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਮੰਨ ਲਓ ਜਿਨ੍ਹਾਂ ਦੇ ਘਰ ਜਿਸ ਤਰ੍ਹਾਂ ਦਾਣੇ ਨਹੀਂ, ਖਾਣ ਦੀ ਕਮੀ ਹੈ, ਰਾਸ਼ਨ ਹੀ ਨਹੀਂ ਹੈ, ਉਹ ਲੋਕ ਮਾਤਾ ਅੰਨਪੂਰਨਾ ਕਾਲਿਕਾ ਨੂੰ ਸ਼ਾਂਤ ਤਰੀਕੇ ਨਾਲ ਮੰਨਦੇ ਆ, ਬੜੇ ਸ਼ਾਂਤ ਰੂਪ ਨੂੰ ਸਮਝ ਕੇ ਮੰਨਦੇ ਆ। ਉਹਨਾਂ ਦੇ ਘਰ ਮਾਤਾ ਅੰਨਪੂਰਨਾ ਜਿਹੜੀ ਹੈ ਨਾ ਉਹ ਭੰਡਾਰੇ ਭਰਦੀ ਆ ਉਹਨਾਂ ਦੇ, ਮਤਲਬ ਇਸ ਤਰ੍ਹਾਂ ਹੀ ਮਾਤਾ ਜੀ ਦਾ ਰੂਪ ਹੈ। ਹੁਣ ਉਹ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਵਾ ਕਿ ਉਹ ਕਿਸ ਤਰੀਕੇ ਨਾਲ ਮੰਨਦਾ ਹੈ। ਇਸ ਬਾਰੇ ਨਾ ਡਿਸਕਸ਼ਨ ਨਹੀਂ ਕੀਤਾ ਜਾ ਸਕਦਾ, ਨਾ ਹੀ ਇਸ ਬਾਰੇ ਤਰਕ ਤੇ ਕੋਈ ਗੱਲ ਕੀਤੀ ਜਾ ਸਕਦੀ ਹੈ, ਨਾ ਬੁੱਧੀ ਤੇ ਗੱਲ ਜਾ ਸਕਦੀ ਆ। ਜਦੋਂ ਤਰਕ ਵਿਤਰਕ ਜਿੱਥੇ ਆ ਜਾਂਦਾ ਨਾ, ਜਦੋਂ ਬੁੱਧੀ ਦੀ ਗੱਲ ਆ ਜਾਂਦੀ ਆ, ਉੱਥੇ ਜਾ ਕੇ ਕੀ ਹੋ ਜਾਂਦਾ, ਉੱਥੇ ਜਾ ਕੇ ਦੇਵਤੇ ਤੋਂ ਦੂਰ ਹੋ ਜਾਂਦੇ ਜੇ। ਜਿਹੜੀ ਕਿਰਿਆ ਕਰਨੀ ਆ, ਜਿਹੜੀ ਪ੍ਰੋਪਰ ਜਿਹੜਾ ਤੁਸੀਂ ਕੰਮ ਕਰਨਾ, ਉਹਦੇ ਤੋਂ ਦੂਰ ਹੋ ਜਾਂਦੇ। ਤੁਸੀਂ ਬਹਿਸ ਦੇ ਚੱਕਰਾਂ 'ਚ ਪੈ ਜਾਂਦੇ ਜੇ, ਵਹਿਮ ਭਰਮ ਦੇ ਚੱਕਰਾਂ 'ਚ ਪੈ ਜਾਂਦੇ। ਇਸ ਕਰਕੇ ਉਸ ਵਹਿਮ ਤੇ ਨਹੀਂ ਜਾਣਾ। ਜਿਹੜੇ ਤਰੀਕੇ ਨਾਲ ਸਿੱਧਾ ਜਿਹਾ ਜਿਹੜਾ ਮਾਤਾ ਜੀ ਦਾ ਨਾਮ ਲੈ ਕੇ, ਮਾਤਾ ਕਾਲੀ ਦਾ ਨਾਮ ਲੈ ਕੇ, ਉਹਨੂੰ ਕਾਲੀ ਮਸਾਣੀ ਕਹਿ ਲਓ, ਮਾਂ ਕਾਲਕਾ ਸ਼ਮਸ਼ਾਨੀ ਕਹਿ ਲਓ ਜਾਂ ਮਾਤਾ ਮਦਾਨਨ ਕਹਿ ਲਓ, ਉਹ ਤੁਹਾਡੀ ਮਰਜ਼ੀ ਹੈ ਜਿਸ ਰੂਪ 'ਚ ਤੁਸੀਂ ਉਹਨਾਂ ਨੂੰ ਪੂਜਣਾ ਚਾਹੁੰਦੇ ਜੇ, ਜਾਂ ਜਿਸ ਤਰ੍ਹਾਂ ਵੀ ਤੁਹਾਡਾ ਜਿਸ ਤਰ੍ਹਾਂ ਕੁੱਲ ਪੂਜਦਾ ਆ ਰਿਹਾ ਹੈ। ਲੇਕਿਨ ਉਹਨਾਂ ਨੂੰ ਵੀ ਜਿਹੜਾ ਤੁਹਾਨੂੰ ਜਿਹੜਾ ਘੋੜਾ ਪਹਿਲਾਂ ਦੇਣਾ ਪਏਗਾ, ਜਿਹੜਾ ਇੱਕ ਸ਼ਨੀਵਾਰ ਜਿਹੜਾ ਬਾਬਾ ਜੀ ਦੇ ਬੱਕਰਾ ਜਿੱਦਣ ਬਾਬਾ ਜੀ ਨੂੰ ਘੋੜਾ ਦੇਣਾ, ਉਸ ਤੋਂ ਪਹਿਲਾਂ ਜਿਹੜਾ ਸ਼ਨੀਵਾਰ ਆਉਂਦਾ। ਹੁਣ ਜੇ ਬਾਬਾ ਜੀ ਦਾ ਮੰਨ ਲਓ ਤੁਸੀਂ ਐਤਵਾਰ ਨੂੰ ਦੇਣਾ ਹੈ ਤੇ ਜਿਹੜਾ ਉਸ ਤੋਂ ਇੱਕ ਦਿਨ ਪਹਿਲਾਂ ਹੀ ਸ਼ਨੀਵਾਰ ਆ ਜਾਂਦਾ, ਤੇ ਇਸ ਕਰਕੇ ਉਦੋਂ ਤੁਸੀਂ ਮਾਤਾ ਜੀ ਦਾ ਘੋੜਾ ਦੇਣਾ, ਉਸ ਤੋਂ ਬਾਅਦ ਜਿਹੜਾ ਤੁਸੀਂ ਅਗਲੇ ਦਿਨ ਬਾਬਾ ਜੀ ਦਾ ਦੇਣਾ ਹੈ। ਹੁਣ ਜਿਹੜਾ ਹੋਰ ਸਵਾਲ ਆਉਂਦਾ ਹੈ ਕਿ ਨਾਲ ਉਸ ਤੋਂ ਬਾਅਦ ਜਿਹੜੇ ਲੋਕ ਕਹਿੰਦੇ ਆ ਕਿ ਬਈ ਬਾਬਾ ਜੀ ਦਾ ਜਿਹੜਾ ਘੋੜਾ ਹੈ, ਉਹ ਕਈ ਲੋਕ ਇਸ ਤਰ੍ਹਾਂ ਕਹਿੰਦੇ ਆ ਕਿ ਬਈ ਆਪਾਂ ਇਹਦਾ ਜਿਹੜਾ ਪ੍ਰਸ਼ਾਦ ਬਣਾ ਕੇ ਜਿਹੜਾ ਪ੍ਰੋਪਰ ਆਪਾਂ ਉਸ ਤਰ੍ਹਾਂ ਭੋਗ ਲਾਈਏ ਜਾਂ ਕਿਸ ਤਰ੍ਹਾਂ ਲਾਈਏ। ਵੇਖੋ, ਜਿਹੜੀ ਮੈਂ ਤੁਹਾਨੂੰ ਦੱਸਾਂ ਗੱਲ, ਪੂਜਾ ਦੋ ਤਰੀਕੇ ਦੀ, ਤਾਮਸਿਕ ਔਰ ਸਾਤਵਿਕ। ਤਾਮਸਿਕ ਤੇ ਸਾਤਵਿਕ ਦੋ ਤਰੀਕੇ ਦੀ ਪੂਜਾ ਹੈ। ਆਪਾਂ ਲੋਕ ਮੈਂ ਆਪਣੇ ਪਰਿਵਾਰ ਦੀ ਗੱਲ ਕਰਦਾ ਹਾਂ, ਆਪਣੀ ਗੱਦੀ ਦੀ ਗੱਲ ਕਰਦਾ, ਆਪਣੇ ਮਾਤਾ ਜੀ ਦੀ ਗੱਲ ਕਰਦਾ, ਆਪਣੇ ਪਿਤਾ ਜੀ ਦੀ ਗੱਲ ਕਰਦਾ, ਜਾਂ ਆਪਣੇ ਘਰ ਵਾਲਿਆਂ ਦੀ ਗੱਲ ਕਰਦਾ, ਆਪਣੇ ਕੁਲ ਦੀ ਗੱਲ ਕਰਦਾ। ਸਾਡੇ ਕੁਲ ਦੇ ਵਿੱਚ ਸ਼ੁਰੂ ਤੋਂ ਹੀ ਆਪਾਂ ਸਾਤਵਿਕ ਪੂਜਾ ਹੀ ਕਰਦੇ ਹਾਂ ਬਾਬਾ ਜੀ ਦੀ। ਔਰ ਮੈਂ ਬੜੇ ਸਾਰੇ ਲੋਕ ਵੀ ਜਿਹੜੇ ਵੇਖੇ ਆ ਨਾ, ਉਹ ਵੀ ਸਾਤਵਿਕ ਹੀ ਪੂਜਾ ਕਰਦੇ ਆ। ਜਿਹੜੇ ਤੰਤਰ ਸਾਧਨਾ ਵਗੈਰਾ ਕਰਦੇ ਆ ਕਈ ਲੋਕ, ਉਹ ਤੇ ਚਲੋ ਤਾਮਸਿਕ ਪੂਜਾ ਕਰਦੇ ਵੀ ਆ, ਉਹਨਾਂ ਦਾ ਤੇ ਥੋੜਾ ਜਿਹਾ, ਕਿਉਂਕਿ ਉਹਨਾਂ ਨੇ ਕੰਮ ਦੂਸਰੇ ਰੂਪ ਤੋਂ, ਬਾਬਾ ਜੀ ਦੇ ਕੋਈ ਹੋਰ ਮੂਡ ਤੋਂ ਜਾਂ ਮਾਤਾ ਜੀ ਦੇ ਕੋਈ ਹੋਰ ਮੂਡ ਤੋਂ ਲੈਣੀ ਹੁੰਦੀ ਆ, ਉਹਨਾਂ ਨੇ ਜਿਹੜਾ ਆਪਣੇ ਕੰਮ ਲੈਣੇ ਹੁੰਦੇ, ਇਸ ਕਰਕੇ ਉਸ ਰੂਪ ਨੂੰ ਵੀ ਕਰਦੇ। ਜੇ ਤੁਹਾਡੇ ਕੁਲ ਦੇ ਵਿੱਚ ਜੇ ਪ੍ਰਸ਼ਾਦ ਬਣਾ ਕੇ, ਜੇ ਮੰਨ ਲਓ ਉਸ ਜਿਹੜਾ ਬੱਕਰਾ ਵਾ ਜਾਂ ਕੁਛ, ਜੋ ਤੁਹਾਡੇ ਕੁਲ ਦੇ ਵਿੱਚ ਇਸ ਤਰ੍ਹਾਂ ਹੀ ਹੈ ਕਿ ਬਈ ਆਪਾਂ ਪ੍ਰਸ਼ਾਦ ਬਣਾ ਕੇ ਹੀ ਵੰਡਣਾ ਹੈ। ਕੋਈ ਗਿਣੇ ਚੁਣੇ ਲੋਕ ਨੇ, ਕੋਈ ਜਿਨ੍ਹਾਂ ਦੇ ਕੁਲਾਂ 'ਚ ਇਸ ਤਰ੍ਹਾਂ ਹੈਗਾ ਵਾ, ਜੋ ਤੁਹਾਡੇ ਰੀਤ ਚੱਲੀ ਆ ਰਹੀ ਹੈ, ਜੋ ਉਸ ਤਰ੍ਹਾਂ
ਤਰ੍ਹਾਂ ਹੀ ਪ੍ਰਸ਼ਾਦ ਕਰਦੇ ਜੇ ਫਿਰ ਤੇ ਤੁਹਾਨੂੰ ਉਸ ਤਰ੍ਹਾਂ ਹੀ ਕਰਨਾ ਪਏਗਾ। ਲੇਕਿਨ ਜਿਹੜਾ ਆਪਾਂ ਜਿਹੜਾ ਸੁਜੈਸਟ ਕਰਦੇ ਹਾਂ, ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਜਾਂ ਜਿਹੜੇ ਸਾਡੇ ਗੱਦੀ ਦੇ ਮਾਤਾ ਜੀ ਜਿਹੜੇ ਸੁਜੈਸਟ ਕਰਦੇ ਨੇ, ਜਾਂ ਫਿਰ ਜਿਸ ਤਰ੍ਹਾਂ ਸਾਨੂੰ ਗੱਦੀ ਦੇ ਜਿਹੜੇ ਬਾਬਾ ਜੀ ਮਾਤਾ ਜੀ ਦੇ ਜਿਹੜਾ ਪ੍ਰਕਾਸ਼ ਜਦੋਂ ਉਹਨਾਂ ਦਾ ਆਂਦਾ, ਉਹਨਾਂ ਨੇ ਜਿਹੜਾ ਸਾਨੂੰ ਦੱਸਿਆ ਹੋਇਆ ਹੈ ਉਹ ਇਸ ਤਰੀਕੇ ਨਾਲ ਦੱਸਿਆ ਕਿ ਉਹ ਸਾਤਵਿਕ ਰੂਪ ਨਾਲ ਲੈਣਾ ਜ਼ਿਆਦਾ ਪਸੰਦ ਕਰਦੇ ਆ। ਸਾਤਵਿਕ ਰੂਪ ਦੇ ਵਿੱਚ ਮਤਲਬ ਇਹ ਹੋ ਗਿਆ ਕਿ ਘੋੜੇ ਨੂੰ ਜਿਹੜਾ ਸਿੱਧਾ ਬਾਬਾ ਜੀ ਦੇ ਮਾਤਾ ਜੀ ਦੇ ਜਦੋਂ ਮੱਥਾ ਟਿਕਾਉਂਦੇ ਆ, ਉਹਨਾਂ ਦੀ ਪੂਜਾ ਕਰਦੇ ਆ, ਉਹ ਘੋੜੇ ਨੂੰ ਪਹਿਲਾਂ ਲੈ ਕੇ ਆਉਂਦੇ। ਮਤਲਬ ਇਹ ਨਹੀਂ ਕਿ ਟਾਈਮ ਦੇ ਟਾਈਮ ਲੈ ਕੇ ਆਓ, ਉਹ ਨਹੀਂ ਟਾਈਮ ਦੇ ਟਾਈਮ ਮਤਲਬ ਲਿਆਂਦਾ ਤੇ ਟਾਈਮ ਦੇ ਟਾਈਮ ਹੀ ਛੱਡ ਆਏ ਸਿੱਧਾ ਚੜਾਤਾ, ਇਸ ਤਰ੍ਹਾਂ ਨਹੀਂ। ਉਹਨੂੰ ਲਿਆ ਕੇ ਉਹਨੂੰ 2-3 ਦਿਨ ਰੱਖੀਦਾ ਹੈ, ਪਾਲੀ ਦਾ ਪੋਸੀਦਾ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜਦੋਂ ਬਾਬਾ ਜੀ ਨੂੰ ਉਹਨਾਂ ਨੂੰ ਮਾਤਾ ਜੀ ਨੂੰ ਆਪਾਂ ਜਦੋਂ ਮੱਥਾ ਟਿਕਾ ਕੇ ਉਹਨੂੰ ਖੁੱਲਾ ਛੱਡ ਦਿੰਨੇ ਆ, ਉਹ ਖੁੱਲਾ ਇਸ ਤਰ੍ਹਾਂ ਛੱਡ ਦਿੰਨੇ ਆ ਕਿ ਬਈ ਉੱਥੇ ਜਾ ਕੇ ਬਾਬਾ ਜੀ ਨੂੰ ਮਾਤਾ ਜੀ ਨੂੰ ਜਦੋਂ ਮੱਥਾ ਟਿਕਾ ਦਿੰਨੇ ਆ ਘੋੜੇ ਨੂੰ, ਠੀਕ ਹੈ, ਉੱਥੇ ਉਹਨਾਂ ਦੇ ਜਿਹੜਾ ਉਹਦੇ ਕੰਨ ਦੇ ਵਿੱਚ ਜਿਹੜਾ ਮੰਤਰ ਜਿਹੜਾ ਪੜਨਾ ਹੈ ਉਹ ਤੁਸੀਂ ਚਾਹੋ ਤੇ ਹੁਣ ਫਿਰ ਉਹੀ ਤੁਸੀਂ ਫੋਨ ਕਰ ਲਿਓ WhatsApp ਤੇ, ਜਾਂ ਮੰਤਰ ਦਾ ਮਤਲਬ ਇਹ ਹੀ ਹੋ ਗਿਆ ਕਿ ਇੱਕ ਥੋੜਾ ਜਿਹਾ ਸ਼ੁੱਧ ਹੋ ਜਾਂਦਾ ਸ਼ਬਦ, ਕਿ ਉਹ ਇੱਕ ਥੋੜਾ ਜਿਹਾ ਸ਼ੁੱਧ ਤਰੀਕੇ ਨਾਲ ਕਹੀ ਜਾਂਦੀ ਜਿਹੜੀ ਗੱਲ ਕਹਿਣੀ ਹੈ। ਲੇਕਿਨ ਉਹਨੂੰ ਆਮ ਭਾਸ਼ਾ ਦੇ ਵਿੱਚ ਜੇ ਨਾਰਮਲੀ ਵੀ ਕਰ ਲਓ, ਜੇ ਆਪਣੇ ਤਰੀਕੇ ਨਾਲ ਅਰਦਾਸ ਹੀ ਲਾਣੀ ਆ, ਕਹਿਣ ਦਾ ਮਤਲਬ ਇਹ ਹੀ ਆ। ਵੇਖੋ ਇਹ ਗੱਲ ਦਾ ਵੀ ਵਹਿਮ ਨਾ ਕਰਨਾ ਕਿ ਹੁਣ ਤੁਸੀਂ ਮੇਰੀ ਵੀਡੀਓ ਵੇਖ ਕੇ ਇਹ ਗੱਲ ਕਹੋ ਕਿ ਨਹੀਂ ਜੇ ਉਹ ਮੰਤਰ ਨਹੀਂ ਪਤਾ ਲੱਗਾ ਤੇ ਉਹ ਫਿਰ ਨਹੀਂ ਚੜੇਗਾ ਬੱਕਰਾ, ਇਹ ਗੱਲ ਤੇ ਨਾ ਚੱਲ ਜਾਣਾ ਵਾਲੀ ਗੱਲ ਤੇ। ਜਿਹੜਾ ਘੋੜਾ ਤੁਹਾਡਾ ਫਿਰ ਵੀ ਮਨਜ਼ੂਰ ਹੋਏਗਾ, ਬਸ ਵਿਧੀ ਜਿਹੜੀ ਥੋੜੀ ਨੋਰਮਲ ਉਹ ਥੋੜੇ ਤਰੀਕੇ ਨਾਲ ਕਰਨਾ। ਪਹਿਲੀ ਗੱਲ ਜਗ੍ਹਾ ਵੇਖ ਲੈਣਾ ਕਿ ਜਿੱਥੇ ਚੜ ਰਿਹਾ ਜਗ੍ਹਾ, ਉਹ ਤੁਹਾਨੂੰ ਮੈਂ ਦੱਸਿਆ ਕਿ ਕਿਤਰਾ ਤੁਹਾਨੂੰ ਪਤਾ ਲੱਗ ਜਾਏਗਾ ਜਗ੍ਹਾ ਤੇ। ਦੂਜਾ ਜਿਹੜਾ ਘੋੜਾ ਹੈ ਪਹਿਲਾਂ ਮਾਤਾ ਜੀ ਦਾ, ਦੂਜਾ ਬਾਬਾ ਜੀ ਦਾ ਫਿਰ ਦੇਣਾ ਹੈ। ਤੀਜੀ ਗੱਲ ਤੁਹਾਨੂੰ ਮੈਂ ਵੀ ਦੱਸਤੀ ਕਿ ਤਾਮਸਿਕ ਤੇ ਸਾਤਵਿਕ ਪੂਜਾ ਦੋਵਾਂ ਜਿਹੜੇ ਤੁਹਾਡੇ ਕੁਲ 'ਚ ਤੁਸੀਂ ਵੇਖ ਲਓ, ਆਪਣੇ ਦਾਦੇ ਪੜਦਾਦੇ ਵੱਡਿਆਂ ਨੂੰ ਪੁੱਛ ਕੇ, ਜਿਨ੍ਹਾਂ ਨੂੰ ਵੀ ਤੁਸੀਂ ਜੇ ਤੁਹਾਡੇ ਕੁਲ ਦੇ ਵਿੱਚ ਜਿਹੜੇ ਵੀ ਅਜੇ ਵੱਡੇ ਬਜ਼ੁਰਗ ਆ ਉਹਨਾਂ ਨੂੰ ਪੁੱਛ ਲਿਓ ਕਿ ਬਈ ਉਹ ਤੁਹਾਡੇ 'ਚ ਕਿਸ ਤਰ੍ਹਾਂ ਚੜ੍ਹਦੀ ਆ ਰਹੀ ਹੈ ਕੜਾਈ ਪੁਜਾਰੀ, ਠੀਕ ਹੈ। ਤੇ ਜੇ ਮੰਨ ਲਓ ਤੁਹਾਨੂੰ ਜੇ ਕੁਛ ਵੀ ਜੇ ਮੰਨ ਲਓ ਉਸ ਤਰ੍ਹਾਂ ਵੀ ਜੇ ਨਹੀਂ ਸਮਝ ਆਉਂਦਾ, ਜੇ ਕੁਛ ਤੁਹਾਨੂੰ ਕਿਤੋਂ ਵੀ ਕੁਛ ਨਹੀਂ ਪਤਾ ਲੱਗਦਾ, ਤੇ ਫਿਰ ਤੇ ਮੈਂ ਤੇ ਤੁਹਾਨੂੰ ਉਹੀ ਸਲਾਹ ਦੇਵਾਂਗਾ, ਸਾਤਵਿਕ ਤਰੀਕੇ ਨਾਲ ਪੂਜਾ ਕਰੋ ਮਾਤਾ ਜੀ ਦੀ ਬਾਬਾ ਜੀ ਦੀ। ਸਾਤਵਿਕ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਬੱਕਰਾ ਹੈ ਨਾ ਉਹ ਉਹਨਾਂ ਨੂੰ ਮੱਥਾ ਟਿਕਾ ਕੇ ਮਾਤਾ ਜੀ ਦੇ ਚਰਨਾਂ 'ਚ ਵੀ ਤੇ ਬਾਬਾ ਜੀ ਦੇ ਜੰਡ ਤੇ ਜਾਂ ਬਾਬਾ ਜੀ ਦੇ ਚਰਨਾਂ 'ਚ ਵੀ, ਤੇ ਉਹਨਾਂ ਨੂੰ ਜਿਹੜੀ ਫੁੱਲਾਂ ਦੀ ਮਾਲਾ ਗਲ ਦੇ ਵਿੱਚ ਪਾ ਕੇ ਜਿਸ ਤਰ੍ਹਾਂ ਪ੍ਰਸ਼ਾਦ ਵਗੈਰਾ ਜਿਹੜਾ ਉਹਨਾਂ ਵਾਸਤੇ ਜਿਹੜਾ ਇੱਕ ਨੋਰਮਲ ਜਿਸ ਤਰ੍ਹਾਂ ਬਾਬਾ ਜੀ ਦੀ ਜਿਹੜੀ ਕੜਾਈ ਕਰਨੀ ਹੈ, ਨਾਲ ਇਹਦੇ ਨਾਲ ਬਾਬਾ ਜੀ ਦੀ ਕੜਾਈ ਵੀ ਕਰਨੀ ਹੈ, ਮਾਤਾ ਜੀ ਦੀ ਵੀ ਕੜਾਈ ਕਰਨੀ ਹੈ ਤੇ ਬਾਬਾ ਜੀ ਦੀ ਵੀ ਕੜਾਈ ਕਰਨੀ ਹੈ। ਮਾਤਾ ਜੀ ਦੀ ਕੜਾਈ ਦੀ ਸਮਾਨ ਦੀ ਵੀਡੀਓ ਜਿਹੜੀ ਆ ਉਹ ਮੈਂ ਪਹਿਲਾਂ ਹੀ ਆਲਰੇਡੀ ਪਾਈ ਹੋਈ ਆ, ਉਹ YouTube ਚੈਨਲ ਤੇ ਇਹ ਜਿਹੜਾ ਜਿੱਥੇ ਤੁਸੀਂ ਸੁਣ ਰਹੇ ਜੇ ਨਾ, ਉਹ YouTube ਚੈਨਲ ਤੇ ਤੁਸੀਂ ਜਾ ਕੇ ਉੱਥੇ ਵੀ ਵੇਖ ਸਕਦੇ ਜੇ, ਨਹੀਂ ਤੇ ਤੁਹਾਨੂੰ ਮੈਂ ਲਿੰਕ ਵੀ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਦਾ ਵਾਂ, ਤੁਸੀਂ ਉੱਥੇ ਵੀ ਜਿਹੜਾ ਨਾ ਉਹ ਕਲਿੱਕ ਕਰਕੇ ਤੁਹਾਨੂੰ ਪਤਾ ਲੱਗ ਜਾਏਗਾ ਮਾਤਾ ਜੀ ਦੀ ਕੜਾਈ ਦੀ ਪੂਜਾ ਦਾ ਸਮਾਨ, ਬਾਬਾ ਜੀ ਦੀ ਕੜਾਈ ਦੀ ਪੂਜਾ ਦਾ ਸਮਾਨ ਤੇ ਉਹਨਾਂ ਦੀ ਵਿਧੀ ਉਹ ਤੁਸੀਂ ਨਾਲ ਕਰਨੀ ਹੈ। ਮਤਲਬ ਜਿਹੜੀ ਬਾਬਾ ਜੀ ਦੀ ਕੜਾਈ ਹੈ ਉਹ ਨਾਲ ਕਰਨੀ ਹੀ ਕਰਨੀ ਹੈ। ਮਤਲਬ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਦੀ ਵੀ ਹੁਣ ਜਿਸ ਤਰ੍ਹਾਂ ਆਪਾਂ ਕੋਈ ਵੀ ਸ਼ੁਭ ਕਾਰਜ ਕਰਦੇ ਨਾ, ਇਹ ਸ਼ੁਭ ਕੰਮ ਹੀ ਆ, ਇਹ ਸ਼ੁਭ ਕੰਮ ਹੀ ਆ। ਜਦੋਂ ਆਪਾਂ ਕਰਦੇ ਆ ਨਾ ਤੇ ਤੁਹਾਨੂੰ ਪਤਾ ਹੁਣ ਕਿਤੇ ਕਿਸੇ ਦੇ ਘਰ ਜਾਈਏ, ਮੰਨ ਲਓ ਆਪਣੇ ਰਿਸ਼ਤੇਦਾਰਾਂ ਦੇ ਜਾਈਏ, ਸਗੇ ਸੰਬੰਧੀਆਂ ਦੇ ਜਾਈਏ, ਕਿਸੇ ਦੇ ਵੀ ਜਾਈਏ, ਤੇ ਹੁਣ ਆਪਾਂ ਜਾਂ ਤੇ ਨਾਲ ਫਲ ਲੈ ਕੇ ਜਾਂਦੇ ਜਾਂ ਮਠਾਈ ਲੈ ਕੇ ਜਾਂਦੇ ਆ, ਜੋ ਵੀ ਮਤਲਬ ਇਹ ਸ਼ੁਭ ਕੰਮ ਦੇ ਵਿੱਚ ਮਿੱਠਾ ਆ ਇਹ ਸਾਰੀ ਚੀਜ਼ਾਂ ਲੈ ਕੇ ਜਾਂਦੇ ਆ ਨਾ। ਤੇ ਇਸ ਤਰ੍ਹਾਂ ਹੀ ਜਿਹੜੇ ਦੇਵੀ ਦੇਵਤਿਆਂ ਦਾ ਵੀ ਇਹਨਾਂ ਦਾ ਵੀ ਜਿਹੜਾ ਤੁਹਾਨੂੰ ਪੂਜਾ ਨਾਲ ਕਰਨੀ ਪੈਂਦੀ ਹੈ, ਕੜਾਈ ਪ੍ਰਸ਼ਾਦ ਜਿਹੜਾ ਬਾਬਾ ਜੀ ਦਾ ਜਿਸ ਤਰ੍ਹਾਂ ਹੁਣ ਬੱਕਰਾ ਜਾਂ ਘੋੜਾ ਦੇ ਰਹੇ ਜਾਂ ਮਾਤਾ ਜੀ ਦਾ ਘੋੜਾ ਜਾਂ ਬੱਕਰਾ ਦੇ ਰਹੇ ਜੇ, ਤੁਹਾਨੂੰ ਇਹ ਨਾਲ ਕਰਨਾ ਹੀ ਪਏਗਾ। ਤੇ ਉਹ ਤੁਹਾਨੂੰ ਉਸ ਤਰ੍ਹਾਂ ਹੀ ਕੜਾਈ ਕਰਨੀ, ਮਾਤਾ ਜੀ ਦੇ ਵਾਰ ਵਾਲੇ ਦਿਨ ਮਾਤਾ ਜੀ ਦੀ ਕੜਾਈ ਕਰਨੀ ਹੈ ਨਾਲ ਜਿਹੜਾ, ਤੇ ਬਾਬਾ ਜੀ ਦੀ ਕੜਾਈ ਦੇ ਨਾਲ ਬਾਬਾ ਜੀ ਦੇ ਜਿੱਦਣ ਤੁਸੀਂ ਘੋੜਾ ਦੇਣਾ ਉਦੋਂ ਬਾਬਾ ਜੀ ਦੀ ਨਾਲ ਕੜਾਈ ਕਰਨੀ ਹੈ। ਇਹ ਹੋ ਗਿਆ ਤਰੀਕਾ। ਹੁਣ ਜਿਹੜੀ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆਉਂਦੀ ਹੈ, ਜਿਹੜਾ ਲੋਕਾਂ ਨੂੰ ਵਹਿਮ ਭਰਮ ਥੋੜਾ ਜਿਹਾ ਹੋ ਰਿਹਾ ਚੀਜ਼ ਦਾ, ਕਿਤੇ ਥੋੜਾ ਜਿਹਾ ਰਹਿ ਜਾਂਦਾ, ਉਹ ਕੀ ਕਰਦੇ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਆਹ ਵਾਲੀ ਗੱਲ ਦੱਸੀ ਹੈ ਕਿ ਜਦੋਂ ਜਿਸ ਤਰ੍ਹਾਂ ਪ੍ਰਸ਼ਾਦ ਜਿਸ ਤਰ੍ਹਾਂ ਹੁਣ ਜੇ ਬੰਦੇ ਨੇ ਆਪ ਖਾਣਾ ਹੋਵੇ ਤੇ ਉਦੋਂ ਉਹ ਸਾਰਾ ਚੀਜ਼ਾਂ ਚੁਣ ਕੇ ਲੈ ਕੇ ਜਾਂਦਾ ਵਾ, ਸਾਰੀਆਂ ਚੀਜ਼ਾਂ, ਤੇ ਇਸ ਕਰਕੇ ਪ੍ਰਸ਼ਾਦ ਵਗੈਰਾ ਵੀ ਜਿਹੜਾ ਸਾਫ਼ ਸੁਥਰਾ ਲੈ ਕੇ ਜਾਇਓ, ਸਾਫ਼ ਸੁਥਰਾ ਬਣਾ ਕੇ ਸੋਹਣਾ ਬੜਾ ਵਧੀਆ ਤਰੀਕੇ ਨਾਲ, ਜਿਹੜਾ ਖਾਣ ਦਾ ਜਿਸ ਤਰ੍ਹਾਂ ਆਪਣਾ ਜੀ ਚਾਹੁੰਦਾ ਨਾ ਉਸ ਹਿਸਾਬ ਨਾਲ ਹੀ ਸਾਡਾ ਸਾਫ਼ ਸੁਥਰਾ ਲੈ ਕੇ ਜਾਇਓ। ਹੁਣ ਅੱਗੇ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਆ ਘੋੜਾ, ਕਈ ਬੰਦੇ ਇਸ ਤਰ੍ਹਾਂ ਦੇ ਆ ਜਿਹੜੇ ਕੀ ਕਰਦੇ ਆ, ਮਤਲਬ ਸਸਤਾ ਮਹਿੰਗਾ ਵੇਖਦੇ ਥੋੜਾ ਜਿਹਾ ਇਹਦੇ ਵਿੱਚ, ਕਿਉਂਕਿ ਤੁਹਾਨੂੰ ਵੇਖੋ ਜਿਹਦੇ ਕੋਲ ਦੁਕਾਨਦਾਰ ਕੋ ਤੁਸੀਂ ਲੈਣਾ ਹੈ ਘੋੜਾ, ਉਹਨੇ ਤੇ ਤੁਹਾਨੂੰ ਰੇਟ ਦੇ ਹਿਸਾਬ ਨਾਲ ਜੋ ਉਹਨਾਂ ਦਾ ਬਣਦਾ ਉਹਨਾਂ ਨੇ ਉਹਦੇ ਪੈਸੇ ਲੈਣੇ। ਲੋਕ ਕੀ ਕਰਦੇ ਆ, ਉਹ ਮੇਮਨਾ ਲੈ ਜਾਂਦੇ, ਜਿਹੜਾ ਛੋਟਾ ਜਿਹਾ ਬੱਚਾ ਜਿਹੜਾ ਹੁੰਦਾ ਨਾ ਉਹਨੂੰ ਜਾ ਕੇ ਚੜਾ ਦਿੰਦੇ ਆ। ਉਹ ਮਨਜ਼ੂਰ ਨਹੀਂ ਹੋਣਾ ਜੇ ਤੁਹਾਡਾ, ਉਹ ਕਦੀ ਵੀ ਮਨਜ਼ੂਰ ਨਹੀਂ ਹੋਣਾ। ਤੁਸੀਂ ਜਿੰਨੀ ਮਰਜ਼ੀ ਉੱਤੇ ਮਿਹਨਤ ਕਰ ਲਓ ਜਾਂ ਜਿੰਨੀ ਮਰਜ਼ੀ ਵਾਰ ਚੱਕਰ ਮਾਰ ਲਓ, ਤੁਹਾਡਾ ਮਨਜ਼ੂਰ ਹੋਣਾ ਹੀ ਨਹੀਂ ਜੇ। ਜਿਹੜਾ ਘੋੜੇ ਦਾ ਮਤਲਬ ਜਿਹੜਾ ਬੱਕਰਾ ਜਿਹੜਾ ਨਾ ਜਿਹੜਾ ਪਰਿਪੱਕਵ ਹੋ ਚੁੱਕਿਆ ਵਾ, ਮਤਲਬ ਇਹ ਨਹੀਂ ਕਿ ਹੁਣ ਤੁਸੀਂ ਬੱਚੇ ਨੂੰ ਜਿਹੜਾ ਬੱਕਰੇ ਦਾ ਜਿਹੜਾ ਬੱਚਾ ਜੇ ਜਿਹੜਾ ਖੁਦ ਮੇਮਨਾ ਵਾ ਉਹਨੂੰ ਤੁਸੀਂ ਲਿਜਾ ਕੇ ਬਾਬਾ ਜੀ ਦਾ ਘੋੜਾ ਕਹਿ ਕੇ ਤੇ ਬਾਬਾ ਜੀ ਨੂੰ ਚੜਾ ਦੋਗੇ, ਉਹ ਨਹੀਂ ਹੈ ਜਿਹੜੇ ਤਰੀਕਾ। ਜਿਸ ਤਰ੍ਹਾਂ ਘੋੜਾ ਜਿਹੜਾ ਹੁੰਦਾ ਹੈ ਨਾ ਪੂਰਾ, ਜਿਸ ਤਰੀਕੇ ਨਾਲ ਬੱਕਰੇ ਦਾ ਜਿਹੜਾ ਸਾਈਜ਼ ਹੁੰਦਾ, ਜਿਸ ਤਰ੍ਹਾਂ ਵੱਡਾ ਹੁੰਦਾ ਪਰਿਪੱਕਵ ਹੁੰਦਾ ਹੈ, ਓਨਾ ਹੀ ਵੱਡਾ ਤੁਹਾਨੂੰ ਲੈ ਕੇ ਜਾਣਾ ਪਏਗਾ ਔਰ ਉਸ ਤਰ੍ਹਾਂ ਹੀ ਚੜਾਈਦਾ ਹੈ, ਠੀਕ ਹੈ। ਇਹ ਤੁਹਾਨੂੰ ਦੱਸਦਾ ਮੈਂ ਜਿਹੜਾ ਬਾਬਾ ਜੀ ਦਾ ਬੱਕਰੇ ਦਾ
ਤੇ ਮਾਤਾ ਜੀ ਦੇ ਬੱਕਰੇ ਦਾ। ਹੁਣ ਜਿਹੜੀ ਗੱਲ ਆਂਦੀ ਹੈ ਕਿ ਇਹ ਚੜ੍ਹਦਾ ਕਦੋਂ ਆ। ਉਸ ਤਰ੍ਹਾਂ ਤੇ ਮੈਂ ਤੁਹਾਨੂੰ ਵਾਰ ਤੇ ਦੱਸਦੇ ਕਿ ਬਈ ਕਿਹੜੇ ਕਿਹੜੇ ਵਾਰ ਚੜ੍ਹਦਾ ਹੈ, ਲੇਕਿਨ ਜਿਸ ਤਰ੍ਹਾਂ ਹੁਣ ਮੰਨ ਲਓ ਤੁਹਾਡੇ ਘਰ ਜਦੋਂ ਬੱਚਾ ਪੈਦਾ ਹੁੰਦਾ ਹੈ ਜਿਹੜਾ ਉਹਦੇ ਸਵਾ ਮਹੀਨੇ ਤੋਂ ਬਾਅਦ ਚੜ੍ਹਦਾ, ਜਿਹੜਾ 41 ਦਿਨ ਜਿਹੜੇ ਆਪਾਂ ਕਾਊਂਟ ਕਰਦੇ ਆ ਨਾ ਉਹਦੇ ਤੋਂ ਬਾਅਦ ਚੜ੍ਹਦਾ ਜਿਹੜਾ ਮਾਤਾ ਜੀ ਦਾ ਤੇ ਬਾਬਾ ਜੀ ਦਾ ਘੋੜਾ। ਜੇ ਮੰਨ ਲਓ ਉਹ ਬੱਚੇ ਦਾ ਵਿਆਹ ਹੁੰਦਾ ਜਦੋਂ ਪਲੇਠੀ ਦੇ ਬੱਚੇ ਦਾ ਜਾਂ ਜਦੋਂ, ਤੇ ਉਹ ਕਦੋਂ ਚੜ੍ਹਦਾ, ਉਹ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਸ਼ਨੀਵਾਰ ਜਾਂ ਐਤਵਾਰ ਜਿਹੜਾ ਆਉਣ ਵਾਲਾ ਹੁੰਦਾ ਉਦੋਂ ਵੀ ਚੜ੍ਹਾ ਸਕਦੇ ਜੇ। ਉਹਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦਾ ਵਹਿਮ ਨਹੀਂ ਹੈ ਕਿ ਬਈ ਤੁਸੀਂ ਅੱਜ ਹੀ ਚੜ੍ਹਾਉਣਾ ਜਾਂ ਕੱਲ੍ਹ ਹੀ ਚੜ੍ਹਾਉਣਾ। ਉਹਦੇ ਵਿੱਚ ਥੋੜ੍ਹੇ ਦਿਨ ਹੁੰਦੇ ਆ ਤੁਹਾਡੇ ਕੋਲ ਜਿਹੜਾ ਮਤਲਬ ਲੇਕਿਨ ਇਹ ਹੈ ਕਿ ਜਿਹੜੀ ਮੰਨਤ ਹੈ ਨਾ ਉਹ ਜਿੰਨੀ ਜਲਦੀ ਪੂਰੀ ਕਰਤੀ ਜਾਵੇ, ਕਿਉਂਕਿ ਇਹ ਮੰਨਤ ਹੈ ਇੱਕ ਹਿਸਾਬ ਨਾਲ ਤੁਹਾਡੇ ਕੁਲ ਦੇ ਦੇਵਤੇ ਦੀ ਜਿਹੜੀ ਪੂਜਾ ਵਾ, ਇਹ ਤੁਹਾਡੀ ਜਿੰਨੀ ਜਲਦੀ ਪੂਰੀ ਕਰ ਦੋਗੇ ਉਹ ਓਡੀ ਵਧੀਆ ਹੁੰਦਾ ਹੈ। ਬੱਚੇ ਹੋਣ ਤੋਂ ਤੇ ਚਲੋ ਸਵਾ ਮਹੀਨੇ ਬਾਅਦ ਹੀ ਚੜ੍ਹਦਾ ਹੈ, ਲੇਕਿਨ ਜਿਹੜਾ ਵਿਆਹ ਹੋਣ ਤੋਂ ਬਾਅਦ ਤੇ ਤੁਰੰਤ ਤੁਸੀਂ ਜਦੋਂ ਮਰਜ਼ੀ ਕਰ ਸਕਦੇ, ਜਿਸ ਤਰ੍ਹਾਂ ਤੁਹਾਡਾ ਟਾਈਮ ਲੱਗੇ, ਜਿਸ ਤਰ੍ਹਾਂ ਤੁਹਾਡਾ ਹੱਥ ਪਵੇ। ਹੋਰ ਨਾਲ ਜਿਹੜਾ ਘੋੜਾ ਬਾਬਾ ਜੀ ਦੇ ਜਦੋਂ ਤੁਸੀਂ ਇਹ ਲੈ ਕੇ ਆਂਦੇ ਜੇ, ਇਹ ਗੱਲ ਜ਼ਰੂਰ ਵੇਖ ਲਓ ਕਿ ਜਿਹੜਾ ਵੀ ਤੁਸੀਂ ਘੋੜਾ ਲੈ ਕੇ ਆਂਦੇ ਜੇ ਕੰਨ ਕੁੰਨ ਤੇ ਉਹਦੇ ਕੱਟ ਨਾ ਲੱਗਾ ਹੋਵੇ। ਇਹ ਚੀਜ਼ ਨੂੰ ਥੋੜਾ ਜਿਹਾ ਨੋਟਿਸ ਕਰ ਲਿਓ, ਕਿਉਂਕਿ ਅਕਸਰ ਕਦੀ ਕਦਾਰ ਪਤਾ ਕੀ ਹੁੰਦਾ ਹੈ, ਅਕਸਰ ਕਦੀ ਕਦਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਲੋਕ ਆ ਨਾ ਜਦੋਂ ਉਹ ਜਿਸ ਤਰ੍ਹਾਂ ਹੋਰ ਵੀ ਜਿਹੜੇ ਲੋਕ ਆ ਉਹ ਆਪਣਾ ਜਿਹੜਾ ਘੋੜਾ ਚੜਾ ਕੇ ਤੇ ਉਹਨਾਂ ਨੂੰ ਛੱਡ ਦਿੰਦੇ ਆ, ਜਾਂ ਕਈ ਲੋਕ ਜਿਹੜੇ ਕੰਨ ਨੂੰ ਕੱਟ ਲਾਉਂਦੇ ਆ। ਇਹਦੇ ਨਾਲ ਕੀ ਹੁੰਦਾ, ਜਿਹੜਾ ਚੜਾਇਆ ਜੇ ਤੁਸੀਂ ਦੁਬਾਰਾ ਚੜਾਉਂਦੇ ਜੇ ਤੇ ਉਹ ਫਿਰ ਉਹੀ ਗੱਲ ਆ ਕਿ ਤੁਸੀਂ ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਦੇਵਤੇ ਨੂੰ ਕਿਸੇ ਨੇ ਇੱਕ ਫੁੱਲਾਂ ਦਾ ਹਾਰ ਚੜਾਇਆ ਤੇ ਉਹਨੇ ਬਾਹਰ ਗਾਂ ਵੇਚਤਾ ਔਰ ਤੁਸੀਂ ਫਿਰ ਉਹਨੂੰ ਲਿੱਤਾ ਔਰ ਫਿਰ ਚੜਾਤਾ। ਤੇ ਇਹ ਚੀਜ਼ ਦਾ ਥੋੜਾ ਜਿਹਾ ਜਿਹੜਾ ਤੁਸੀਂ ਇਹ ਤੁਹਾਡਾ ਕੰਮ ਹੈ ਇਹ ਚੀਜ਼ ਨੂੰ ਸੁਨਿਸ਼ਚਿਤ ਕਰਨਾ ਕਿ ਜਿਹੜਾ ਘੋੜਾ ਹੈ ਜਿਹੜਾ ਉਹ ਇਹੋ ਜਿਹਾ ਨਾ ਹੋਵੇ ਜਿਹਦੇ ਕੰਨ ਨੂੰ ਕੱਟ ਲੱਗਾ ਜਾਂ ਕੁਛ ਇਸ ਤਰ੍ਹਾਂ। ਇਹ ਥੋੜਾ ਜਿਹਾ ਆਪ ਵੇਖ ਲਿਓ। ਤੇ ਜਿਹੜਾ ਚੜ੍ਹਦਾ ਹੈ ਬਾਬਾ ਜੀ ਨੂੰ ਤੇ ਮਾਤਾ ਜੀ ਨੂੰ ਉਹ ਕਾਲੇ ਰੰਗ ਦਾ ਚੜ੍ਹਦਾ, ਜਿਹੜਾ ਬੱਕਰਾ ਜਿਹੜਾ ਜਿਹਨੂੰ ਆਪਾਂ ਘੋੜਾ ਕਹਿੰਦੇ ਆ ਉਹ ਕਾਲੇ ਰੰਗ ਦਾ ਚੜ੍ਹਦਾ ਹੈ। ਨਾਲ ਕੋਸ਼ਿਸ਼ ਕਰੋ ਕਿ ਜਿਹੜਾ ਵੀ ਤੁਸੀਂ ਘੋੜਾ ਬਾਬਾ ਜੀ ਦਾ ਤੇ ਮਾਤਾ ਦੇ ਚੜ੍ਹਾਉਣਾ ਹੈ, ਮੈਂ ਦੁਬਾਰਾ ਇਹ ਵਾਲੀ ਗੱਲ ਨੂੰ ਫੇਰ ਡਿਸਕ੍ਰਾਈਬ ਕਰ ਰਿਹਾ, ਤੁਹਾਨੂੰ ਮੈਂ ਪਹਿਲਾਂ ਵੀ ਕਹੀ ਫੇਰ ਇਹੋ ਗੱਲ ਨੂੰ ਡਿਸਕ੍ਰਾਈਬ ਕਰ ਰਿਹਾ ਦੁਬਾਰਾ ਕਿ ਜਿਹੜਾ ਘੋੜਾ ਲੈ ਕੇ ਆਓ ਤੁਸੀਂ ਬਾਬਾ ਜੀ ਦਾ ਮਾਤਾ ਜੀ ਦਾ, ਉਹਨੂੰ 3-4 ਦਿਨ ਪਹਿਲਾਂ ਲੈ ਕੇ ਆਓ ਔਰ ਉਹਨੂੰ ਉਹਦੀ ਪਾਲਣਾ ਪੋਸ਼ਣਾ ਕਰੋ 3-4 ਦਿਨ। ਉਹਨੂੰ ਜੋ ਵੀ ਚੀਜ਼ਾਂ ਜਿਸ ਤਰ੍ਹਾਂ ਉਹਨੂੰ ਪਾਲਦੇ, ਜਿਸ ਤਰ੍ਹਾਂ ਬੱਚੇ ਨੂੰ ਪਾਲਦੇ ਨਾ ਉਹਦਾ ਧਿਆਨ ਰੱਖਦੇ, ਇਸ ਤਰ੍ਹਾਂ ਹੀ 3-4 ਦਿਨ ਉਹਦਾ ਜਿਹੜਾ ਵਾ ਧਿਆਨ ਰੱਖੋ ਪੂਰਾ। ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਚੜਾਉਣਾ ਵਾ ਉਹਨੂੰ ਮੱਥਾ ਟਿਕਾ ਕੇ ਉਹਨਾਂ ਨੂੰ ਸਿੱਧਾ ਜਿਹੜਾ ਖੁੱਲਾ ਹੀ ਛੱਡੋ, ਕੋਸ਼ਿਸ਼ ਕਰੋ। ਕਿਉਂਕਿ ਇਹ ਨਾ ਸੋਚੋ ਕਿ ਮਤਲਬ ਉਹਨੂੰ ਜੇ ਮੰਨ ਲਓ ਕਿ ਬਿਲਕੁਲ ਹੀ ਆਪਾਂ ਮਤਲਬ ਇਹਨੂੰ ਆਪ ਹੀ ਲੈ ਜਾਈਏ ਜਾਂ ਫਿਰ ਆਪ ਹੀ ਵੇਚ ਦਈਏ। ਬੜੇ ਸਾਰੇ ਲੋਕਾਂ ਦੇ ਇਹੋ ਜਿਹੇ ਵੀ ਦਿਮਾਗ 'ਚ ਹੁੰਦਾ ਹੈ ਕਿ ਆਪਾਂ ਇਹਨੂੰ ਲੈ ਕੇ ਆਏ ਆ ਰੁਪਈਏ 10-15 ਹਜ਼ਾਰ ਲਾ ਕੇ ਜਿਹੜੇ ਦੋਵੇਂ ਘੋੜੇ, ਤੇ ਇਹਨਾਂ ਨੂੰ ਦੁਬਾਰਾ ਮਤਲਬ ਆਪ ਹੀ ਲੈ ਜਾਈਏ ਜਾਂ ਫਿਰ ਕਿਸੇ ਇਹੋ ਜਿਹੇ ਬੰਦੇ ਨੂੰ ਆਪਣੇ ਬੰਦੇ ਨੂੰ ਦੇ ਦਈਏ ਜਿਹੜਾ ਤੁਹਾਨੂੰ ਉਹਦੇ ਪੈਸੇ ਦੇ ਦੇ ਜਾਂ ਕੁਛ ਦੇ ਦੇ। ਇਹੋ ਜਿਹਾ ਕੋਈ ਕੰਮ ਗਲਤੀ ਨਾਲ ਨਹੀਂ ਕਰਨਾ, ਇਹੋ ਜਿਹਾ ਕੋਈ ਵੀ ਕੰਮ ਗਲਤੀ ਨਾਲ ਨਾ ਕਰਨਾ ਬਿਲਕੁਲ ਵੀ। ਇਹ ਚੀਜ਼ ਦਾ ਥੋੜਾ ਜਿਹਾ ਪਰਹੇਜ਼ ਕਰਨਾ। ਬਾਬਾ ਜੀ ਦਾ ਘੋੜਾ ਚੜਾ ਕੇ ਉਹਨੂੰ ਖੁੱਲਾ ਛੱਡ ਦੇਣਾ, ਉਹਨੂੰ ਕੋਈ ਵੀ ਲੈ ਜੇ ਬਾਅਦ ਚੋਂ। ਆਪਣੇ ਹੱਥੋਂ ਨਹੀਂ ਫੜਾਣਾ ਜ਼ਬਰਦਸਤੀ ਕਿਸੇ ਨੂੰ, ਜਾਂ ਕੋਈ ਤੁਹਾਨੂੰ ਪਤਾ ਲੱਗੇ ਅਪਰੋਚ ਕਰ ਰਿਹਾ। ਬੜੀ ਵਾਰ ਇਸ ਤਰ੍ਹਾਂ ਹੁੰਦਾ ਕੋਈ ਜਾਣ ਪਛਾਣ ਵਾਲੇ ਜਿਹੜੇ ਆ ਉਹ ਕਹਿੰਦੇ, ਉਹਨਾਂ ਨੂੰ ਇਹ ਹੁੰਦਾ ਵਾ ਕਿ ਚਲੋ ਜੀ ਮੀਟ ਖਾਵਾਂਗੇ ਜਾਂ ਕੁਛ ਇਸ ਤਰ੍ਹਾਂ ਦਾ। ਮੈਂ ਜਿਹੜੀ ਇੱਕਦਮ ਸੰਸਾਰਿਕ ਗੱਲਾਂ ਉਹ ਵਾਲੀਆਂ ਕਹਿ ਰਿਹਾ, ਪ੍ਰੈਕਟੀਕਲ ਗੱਲ ਜਿਹੜੀ ਹੁੰਦੀ ਹੈ ਲੋਕਾਂ ਨਾਲ, ਇਹ ਮੈਂ ਜਿਹੜੀ ਸਾਹਮਣੇ ਵੇਖਦਾ ਅੱਖਾਂ ਨਾਲ। ਤੇ ਕੋਸ਼ਿਸ਼ ਕਰੋ ਇਹੋ ਜਿਹੀ ਜਿਹੜੀ ਕੋਈ ਵੀ ਗੱਲ ਦੇ ਵਿੱਚ ਆਪ ਨਾ ਫਸਿਓ, ਕਿਉਂਕਿ ਉੱਥੇ ਤੁਸੀਂ ਗੁਨਾਹਗਾਰ ਹੁੰਦੇ ਜੇ। ਘੋੜਾ ਬਾਬਾ ਜੀ ਦਾ ਚੜਾ ਕੇ, ਘੋੜਾ ਮਾਤਾ ਜੀ ਦਾ ਚੜਾ ਕੇ ਉੱਥੇ ਮੰਦਿਰ ਦੇ ਉਹ ਜਾਣਨ, ਜਿਹੜੇ ਪੁਜਾਰੀ ਜਾਣਨ, ਜਾਂ ਫਿਰ ਜੇ ਤੁਸੀਂ ਜੰਡ ਤੇ ਚੜਾਤਾ ਉੱਥੇ ਕੋਈ ਵੀ ਲੈ ਜੇ ਉਹ ਜਾਣਨ। ਤੁਹਾਡਾ ਕੰਮ ਬਸ ਚੜਾ ਕੇ ਤੇ ਉਸ ਤੋਂ ਬਾਅਦ ਆ ਜਾਣਾ। ਇਹ ਬਾਕੀ ਤੁਹਾਡਾ ਕੰਮ ਨਹੀਂ ਅੱਗੇ ਕਿ ਕਿਹਨੂੰ ਦੇਣਾ ਵਾ ਕਿਹਨੂੰ ਨਹੀਂ ਫੜਾਣਾ, ਉਹ ਤੁਹਾਡਾ ਕੰਮ ਨਹੀਂ ਆ। ਬਸ ਤੁਹਾਡਾ ਕੰਮ ਪੂਜਾ ਵਿਧੀ ਨਾਲ ਕਰਵਾਉਣਾ, ਉਹਦਾ ਮੱਥਾ ਘੋੜੇ ਨੂੰ ਟਿਕਵਾਉਣਾ, ਉਹਨੂੰ ਕਬੂਲ ਕਰਵਾਉਣਾ, ਉਹਨੂੰ ਹੱਥ ਜੋੜ ਕੇ ਆਪਣੀ ਅਰਦਾਸ ਲਾਣਾ ਉਹਦੇ ਕੰਨ ਦੇ ਵਿੱਚ, ਕਹਿਣਾ ਉਹਨਾਂ ਨੂੰ ਕਿ ਬਈ ਜਿਹੜਾ ਆਮ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂ, ਵੈਸੇ ਮੰਤਰਾਂ ਦੇ ਤਰੀਕੇ ਨਾਲ ਦੂਜੇ ਤਰੀਕੇ ਨਾਲ ਕਿਹਾ ਜਾਂਦਾ ਹੈ, ਆਮ ਭਾਸ਼ਾ ਦੇ ਵਿੱਚ ਸਿੱਧੀ ਅਰਦਾਸ ਆਪਣੀ ਇਹੋ ਹੀ ਲਾਣੀ ਹੈ ਕਿ ਬਾਬਾ ਜੀ ਇਹ ਘੋੜਾ ਕਬੂਲ ਕਰੋ। ਆਪਣੇ ਤਰੀਕੇ ਨਾਲ ਜਿਹੜੇ ਤੁਹਾਡੇ ਸ਼ਬਦ ਆ ਦਿਲੋਂ ਕਹਿਣਾ, ਜਿਹੜੀ ਗੱਲ ਕਹਿਣੀ ਆ ਬਸ ਦਿਲੋਂ ਅਰਦਾਸ ਲਾਉਣੀ ਆ, ਤੁਹਾਡਾ ਘੋੜਾ ਕਬੂਲ ਹੋਏਗਾ, ਜ਼ਰੂਰ ਕਬੂਲ ਹੋਏਗਾ। ਨਾਲ ਹੁਣ ਜਿਹੜੀ ਗੱਲ ਆਉਂਦੀ ਆ ਮੁੰਡਨ ਵਾਲੀ, ਕਿ ਜਿਹੜਾ ਬੱਚੇ ਦਾ ਜਿਹੜਾ ਮੁੰਡਨ ਕਰਾਉਂਦੇ ਆ, ਵੇਖੋ ਸਭ ਦੇ ਕੁਲ ਦੇਵਤਾ ਦਾ ਹਿਸਾਬ ਆਪਣਾ ਆਪਣਾ ਹੁੰਦਾ ਹੈ। ਜੇ ਤੁਹਾਡੇ ਕੁਲ ਦੇ ਵਿੱਚ ਬਾਬਾ ਜੀ ਦੀ ਜਗ੍ਹਾ ਤੇ ਹੀ ਮੁੰਡਨ ਹੁੰਦਾ ਹੈ, ਜੇ ਤੁਹਾਡੇ ਕੁਲ ਦੇ ਵਿੱਚ ਬਾਬਾ ਜੀ ਦੀ ਜਗ੍ਹਾ ਤੇ ਮੁੰਡਨ ਹੁੰਦਾ ਹੈ, ਤੇ ਫਿਰ ਤੇ ਤੁਹਾਨੂੰ ਮੈਂ ਜਿਸ ਤਰ੍ਹਾਂ ਜਿੱਥੇ ਬੱਕਰਾ ਹੁੰਦਾ ਹੈ ਨਾ, ਜਿੱਥੇ ਬੱਕਰਾ ਚੜਦਾ ਉੱਥੇ ਹੀ ਮੁੰਡਨ ਵੀ ਕਰਾਉਂਦੇ ਆ। ਉਹ ਤੁਸੀਂ ਨਾਈ ਭਾਵੇਂ ਸੱਦ ਕੇ ਲੈ ਜਾਓ ਉੱਥੇ ਨਾਲ, ਜਾਂ ਉਹਨਾਂ ਨੂੰ ਜਾਂ ਉੱਥੋਂ ਜਾ ਕੇ ਬੁਲਾ ਲਓ। ਉਹ ਤੁਹਾਡੇ ਉੱਥੇ ਜਿਹੜੇ ਹੁੰਦੇ ਹੀ ਆ ਵੈਸੇ ਮੋਸਟਲੀ ਜਗ੍ਹਾ ਤੇ, ਕਿਉਂਕਿ ਉਹ ਜਿਹੜੇ ਭਗਤ ਸੇਵਾਕਾਰ ਹੀ ਰਹੇ ਹੁੰਦੇ ਆ ਪਹਿਲਾਂ ਹੀ, ਤੇ ਤੁਸੀਂ ਭਾਵੇਂ ਨਾਲ ਲੈ ਜਾਓ ਜਾਂ ਉੱਥੇ ਤੁਹਾਨੂੰ ਮਿਲ ਜਾਣ, ਉੱਥੇ ਹੀ ਕਰਾਈਦਾ ਜੰਡ ਦੇ ਪੇੜ ਤੇ, ਜਿੱਥੇ ਪੂਜਾ ਬਾਬਾ ਜੀ ਦੀ ਲਗਾਤਾਰ ਤਰੀਕੇ ਨਾਲ ਹੁੰਦੀ ਹੈ, ਜਾਂ ਫਿਰ ਜਿਹੜੀ ਜਿੱਥੇ ਪ੍ਰਾਣ ਪ੍ਰਤਿਸ਼ਠਾ ਨਾਲ ਜਿੱਥੇ ਮੂਰਤੀ ਬਾਬਾ ਜੀ ਦੀ ਮਾਤਾ ਜੀ ਦੀ ਲੱਗੀ ਹੋਈ ਹੈ ਉੱਥੇ ਹੀ ਹੁੰਦਾ ਹੈ।
ਬਾਕੀ ਇਹ ਹੋਰ ਵੀ ਕੋਈ ਤੁਹਾਡਾ ਕੋਈ ਸਵਾਲ ਹੈ ਜਾਂ ਕੁਝ ਇਸ ਰਿਲੇਟਡ ਕੁਝ ਵੀ ਹੈ ਤਾਂ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਜੇ। ਮੈਂ ਕੋਸ਼ਿਸ਼ ਕਰਾਂਗਾ ਉਸ ਬਾਰੇ ਵੀ ਤੁਹਾਨੂੰ ਜੇ ਕਮੈਂਟ ਦੇ ਵਿੱਚ ਜਾਣਕਾਰੀ ਦੇ ਪਾਵਾਂ, ਜਾਂ ਫਿਰ ਤੁਸੀਂ ਤੁਹਾਡੀ WhatsApp ਸਕਰੀਨ ਤੇ ਫ਼ੋਨ ਨੰਬਰ ਤੁਹਾਨੂੰ ਮਿਲ ਰਿਹਾ ਹੈ, ਤੁਸੀਂ ਇਹ ਫ਼ੋਨ ਨੰਬਰ ਤੇ ਤੁਸੀਂ ਫ਼ੋਨ ਕਰ ਸਕਦੇ ਹੋ। ਮਾਤਾ ਜੀ ਨਾਲ ਗੱਲ ਕਰ ਸਕਦੇ ਜੇ, ਜਿਹੜੇ ਮਾਤਾ ਜੀ ਆ ਮੇਰੇ, ਉਹਨਾਂ ਨਾਲ ਗੱਲ ਕਰ ਸਕਦੇ ਗੱਦੀ ਤੇ ਉਹ ਤੁਹਾਨੂੰ ਇਹਦਾ ਜਿਹੜਾ ਰਸਤਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤਾਂ ਇਸ ਤਰੀਕੇ ਨਾਲ ਹੀ ਤੁਹਾਨੂੰ ਉਹ ਵੀ ਡਿਸਕ੍ਰਾਈਬ ਕਰ ਦੇਣਗੇ ਹੋਰ ਵੀ ਵਧੀਆ ਤਰੀਕੇ ਨਾਲ। ਜੇ ਕੋਈ ਹੋਰ ਵੀ ਪ੍ਰਸ਼ਨ ਹੈ ਇਸ ਬਾਰੇ ਤਾਂ ਤੁਸੀਂ ਪੁੱਛ ਸਕਦੇ ਜੇ। ਸੇਵਾ ਜਿਹੜੀ ਹੈ ਸਾਡੀ ਨਿਸ਼ਕਾਮ ਸੇਵਾ ਹੈ, ਬੇਫਿਕਰ ਹੋ ਕੇ ਬੇਝਿਜਕ ਹੋ ਕੇ ਜਦੋਂ ਵੀ ਕੋਈ ਵੀ ਤੁਹਾਡਾ ਸਵਾਲ ਹੈ ਉਹ ਤੁਸੀਂ ਫੋਨ ਕਰ ਸਕਦੇ ਜੇ, ਪੁੱਛ ਸਕਦੇ ਜੇ। ਜੋ ਵੀ ਜਿੰਨੀ ਵੀ ਬੁੱਧੀਮਤਾ ਜੋ ਵੀ ਸਾਨੂੰ ਪ੍ਰਮਾਤਮਾ ਨੇ ਦਾਤਾ ਨੇ ਜਿੰਨੀ ਬਖਸ਼ੀ ਹੈ, ਜਿਸ ਤਰ੍ਹਾਂ ਉਹ ਸਾਨੂੰ ਦੱਸਦੇ ਆ ਉਸ ਤਰ੍ਹਾਂ ਹੀ ਤੁਹਾਨੂੰ ਵੀ ਸਾਰਾ ਮਾਰਗਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੈ ਮਾਂ ਕਾਲਕਾ, ਜੈ ਬਾਬਾ ਖੇਤਰਪਾਲ ਜੀ। ਲੈ ਤੂੰ ਨਾਮ ਖੇਤਰਪਾਲ ਸਰਕਾਰ ਦਾ, ਜਪ ਲੈ ਤੂੰ ਨਾਮ ਖੇਤਰਪਾਲ ਸਰਕਾਰ ਦਾ, ਲੱਗ ਜਾ ਤੂੰ ਲੜ ਬਾਬਾ